सत श्री अकाल जी, देख रहे हो जी लिविंग इंडिया न्यूज़। मैं मनदीप तुहाडा सारिਆਂ ਦਾ स्वागत करदी हां। उम्मीद करदी हां सारे चढ़दी कला दे विच होवोगे। सो बेहद खास प्रोग्राम वीज़ा लाइव लैके फिर तो तुहाडी खिदमत दे विच हाजिर हो चुके हैं। मंच कोई भी सवाल है कैनेडा जान नूं लैके तां तुसीं डिस्कस कर सकते हो। नंबर स्क्रीन दे उत्ते लगातार डिस्पले हो रहा है। तुहानूं पता ही है जी, रोज खास चर्चा करते हुंदे आ ते खास चर्चा च खास मेहमानां नूं सद्दा दिंदे हुंदे आ। अज सद्दा दित्ता है जी अंगद इमीग्रेशन तो मनवीर सर नूं। स्वागत है मनवीर। सत श्री अकाल जी, बहुत बढ़िया जी। सो साडा विद्यार्थी दर्शक लाइव हो चुके हैं जी। कॉल कर सकते हो, अपना सवाल साडे नाल तुसीं साझा कर सकते हो। नंबर डिस्पले हो रहा है, तुहानूं दस भी दिंदे आ 9856000082 कॉल कर सकते हो। अपना कोई भी सवाल है पूछ सकते हो। ਅਸੀਂ अपनी डिस्कशन ਹੁਣ ਸ਼ੁਰੂ ਕਰਦੇ ਹਾਂ। 15 ਮਈ ਦੀ ਜੋ ਅਪਡੇਟ ਆਈ ਸੀ ਉਸ ਤੋਂ ਬਾਅਦ ਹੁਣ ਇੱਕ ਪਾਸੇ ਵਿਦਿਆਰਥੀ ਬਹੁਤ ਜ਼ਿਆਦਾ ਕਨਫਿਊਜ਼ ਸੀਗਾ ਕਿ ਅਪਲਾਈ ਕਰੀਏ ਜਾਂ ਨਾ ਕਰੀਏ। ਜਿੱਦਣ ਤੋਂ ਉਹ ਇਹ ਅਪਡੇਟ ਆਈ ਉਸ ਤੋਂ ਬਾਅਦ ਵਿਦਿਆਰਥੀਆਂ 'ਚ ਹਫੜਾ ਦਫੜੀ ਮਚ ਗਈ ਕਿ ਕਿਤੇ ਇਦਾਂ ਨਾ ਹੋਵੇ ਵੀ ਬਸ 15 ਤਰੀਕ ਤੱਕ ਜਿਹੜੇ ਬੱਚਿਆਂ ਨੇ ਅਪਲਾਈ ਕਰਤਾ ਬਾਅਦ 'ਚ ਅਸੀਂ ਅਪਲਾਈ ਹੀ ਨਾ ਕਰ ਪਾਈਏ। ਸੋ ਕੀ ਭਵਿੱਖ ਦੇਖਦੇ ਹੋ ਕਿ ਸਿਰਫ ਜਿਹੜੇ ਵਿਦਿਆਰਥੀ 15 ਮਈ ਤੱਕ ਅਪਲਾਈ ਕਰਨਗੇ ਉਹੀ ਕੈਨੇਡਾ ਜਾਣਗੇ, ਉਹਨਾਂ ਨੂੰ ਹੀ ਕੈਨੇਡਾ ਸਟੱਡੀ ਪਰਮਿਟ ਦਊਗਾ ਜਾਂ ਫਿਰ ਉਸ ਤੋਂ ਬਾਅਦ स्टूडेंट्स ਨੂੰ ਮੌਕਾ ਮਿਲੂਗਾ ਪੜ੍ਹਾਈ ਕਰਨ ਦਾ ਕੈਨੇਡਾ ਦੇ ਵਿੱਚ? ਇਹਦੇ ਵਿੱਚ 15 ਮਈ ਦੇ ਵਿੱਚ ਜੋ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਕਿ 15 ਮਈ ਤੱਕ ਫਾਈਲਾਂ ਲਗਾ ਦਿਓ ਤੇ 6 ਅਗਸਤ ਤੱਕ ਅਸੀਂ ਵੀਜ਼ਾ ਦੇ ਦਾਂਗੇ। ਮੈਂ ਬੱਚਿਆਂ ਨੂੰ ਇਹੀ ਕਹੂੰਗਾ ਕਿ ਇੰਨੀ ਹਫੜਾ ਦਫੜੀ ਨਾ ਮਚਾਓ। ਤੁਸੀਂ ਕੋਈ ਸਾਨੂੰ ਕਾਲਸ ਕਰ ਰਿਹਾ ਜੀ 2 ਦਿਨ ਚ ਫਾਈਲ ਲਾ ਦਿਓ, 3 ਦਿਨ ਚ ਫਾਈਲ ਲਾ ਦਿਓ। ਸੋ ਬਾਰ-ਬਾਰ ਇਹੀ ਕਹਿਣਾ ਕਿ ਉਹਨਾਂ ਨੇ ਵੀਜ਼ਾ ਬੰਦ ਨਹੀਂ ਕਰ ਦੇਣੇ ਕਿ ਜੇ ਤੁਸੀਂ ਹਫੜਾ ਦਫੜੀ ਮਚਾਈ ਹੈ ਕਿ ਬਸ ਕੈਨੇਡਾ ਸਰਕਾਰ ਨੇ ਜੀ 6 ਅਗਸਤ ਤੱਕ ਹੀ ਵੀਜ਼ਾ ਦੇਣੇ ਨੇ। ਉਹਨਾਂ ਨੇ ਇਹ ਨਹੀਂ ਲਿਖਿਆ। ਉਹਨਾਂ ਨੇ ਲਿਖਿਆ ਕਿ 15 ਮਈ ਤੋਂ ਬਾਅਦ ਜੋ ਤੁਹਾਡੀ ਫਾਈਲ ਲੱਗੇਗੀ ਵੀ ਮੇ ਨਾਟ ਬੀ ਏਬਲ ਟੂ ਪ੍ਰੋਸੈਸ ਫॉर ਸੈਪਟੈਂਬਰ ਇਨਟੇਕ। ਇਹ ਸਿਰਫ ਸੈਪਟੈਂਬਰ ਇਨਟੇਕ ਦੇ ਲਈ ਉਹ ਮੇ ਬੀ ਪ੍ਰੋਸੈਸ ਨਾ ਕਰਨ। ਮੇ ਨਾਟ ਇਸ ਵਰਡ ਤੇ ਥੋੜਾ ਕੰਸੈਂਟਰੇਟ ਕਰੋ ਇਨਸਟੈਡ ਆਫ ਭੱਜਣ ਦੇ ਲਈ ਕਿ ਅਗਰ ਉਹਨਾਂ ਦੇ ਕੋਲ ਪਹਿਲਾਂ ਸਟਾਫ ਉਹਨਾਂ ਨੇ ਡਬਲ ਕਰਤਾ ਤਾਂ ਉਹ ਰਿਜ਼ਲਟ ਦੇ ਵੀ ਸਕਦੇ ਆ। ਸੋ ਇਸ ਕਰਕੇ ਤੁਸੀਂ ਸੈਪਟੈਂਬਰ ਇਨਟੇਕ ਲਈ ਉਹਨਾਂ ਨੇ ਸਿਰਫ ਕਿਹਾ ਸੈਪਟੈਂਬਰ ਤੋਂ ਬਾਅਦ देयर आर लॉट ऑफ कॉलेजेस दे हैव नवंबर इनटेक, दे हैव जनवरी इनटेक। सो कीप काम। मैं बार बार कहना होना कि शांत रहो कि एप्लीकेशनस बहुत ही बल्क दे विच आ रही ने। सो इस नूं थोड़ा सही निगाह नाल देखो ते उन्हां दा ट्वीट कीता जो ICCRC दी वैबसाइट ते आ उस नूं दोबारा पढ़ो। ठीक है जी। सो मंच कोई भी सवाल है जी संपर्क कर सकते हो। हाले बहुत सारिया अपडेट ਜਿਹੜੀਆਂ ਨੇ हर रोज बदलदियां ਜਿਹੜੀਆਂ नजर आ रही ने। सो कॉल कर सकते हो, अपना सवाल साझा कर सकते हो। ਤੁਹਾਡੀ प्रोफाइल ਦੇ ਉੱਤੇ ਜਦੋਂ ਮੈਂ विजिट कर रही सी सो विद्यार्थी गगनदीप है ਉਹਨੇ सवाल ਕੀਤਾ ਸੀ ਵੀ क्यूबेक ਚ ਅਪਲਾਈ ਕਰਨਾ ਚਾਹੀਦਾ ਜਾਂ ਫਿਰ ਨਹੀਂ। ਤੇ ਦੂਜਾ ਉਹਨਾਂ ਦਾ ਜਿਹੜਾ ਸਵਾਲ ਸੀ ਕਿ ਉਹ ਜਿਹੜੇ ਕਿਸੇ ਇਮੀਗ੍ਰੇਸ਼ਨ ਵਾਲੇ ਕੋਲ ਗਈ ਸੀ ਉਹਨਾਂ ਦੇ ਕੰਸਲਟੈਂਟ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਘੱਟ ਫੀਸ ਵਾਲਾ ਜਿਹੜਾ ਕਾਲਜ ਹੈ ਉੱਥੇ ਜਾਓ, ਉੱਥੇ ਤੁਹਾਡਾ ਫਿਊਚਰ ਜਿਹੜਾ ਉਹਦੇ ਨਾਲ ਕੋਈ ਘਾਣ ਨਹੀਂ ਹੋਊਗਾ, ਕੋਈ ਖਤਰਾ नहीं होगा। वो थोड़े तो पूछना चाहते हैं कि जेकर वो तुहाडे कोल आउंदे ने तां तुहाडी की सलाह हैगी है, घट फीस वाले कॉलेज च जाना चाहिदा हैगा या नहीं? ਇਹ ਬਹੁਤ ਹੀ ਵਧੀਆ ਕੁਐਸਚਨ ਹੈ ਕਿ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਹੀ ਏਜੰਟਸ ਨੇ ਜਿਹੜੇ ਐਡਵਰਟਾਈਜ਼ਮੈਂਟ ਕਰ ਰਹੇ ਨੇ ਕਿ $6500 ਚ ਕੈਨੇਡਾ ਜਾਓ, $7000 ਚ ਕੈਨੇਡਾ ਜਾਓ। ਉਹਨਾਂ ਦੇ ਜਾਣ ਤੋਂ ਪਹਿਲਾਂ ਤੁਸੀਂ ਆਪ ਸਟੱਡੀ ਕਰੋ ਕਿ ਕਿਊਬੈਕ ਦੇ ਕਾਲਜਿਸ ਦੀਆਂ ਫੀਸਾਂ ਕੀ ਨੇ। ਉਹ $6500 ਸਿਰਫ 6 ਮਹੀਨੇ ਦੀ ਫੀਸ ਆ ਤੇ ਤੁਹਾਡੀ ਫਾਈਲ ਨਾਨ SDS ਹੋ ਜਾਂਦੀ ਆ ਤੇ SDS ਦਾ ਰਿਜ਼ਲਟ ਫਾਸਟ ਆਉਂਦਾ। ਜਿਹੜੇ ਵਧੀਆ ਕਾਲਜਿਸ ਜਿੰਨੇ ਕਾਲਜਿਸ ਦੇ ਆਪਾਂ ਨਾਮ ਲੈ ਲਈਏ ਉਹਨਾਂ ਦੀ ਫੀਸ 12000 ਤੋਂ ਲੈ ਕੇ $15000 ਦੇ ਵਿੱਚ ਆ 1 ਸਾਲ ਦੀ। ਸੋ ਜੋ ਤੁਹਾਡੀ ਪ੍ਰੋਫਾਈਲ SDS ਦੇ ਅੰਡਰ ਬਣਦੀ ਆ ਤੇ ਤੁਸੀਂ ਉਹਨਾਂ ਦੀਆਂ ਐਡਵਰਟਾਈਜ਼ਮੈਂਟ ਦੇਖ ਕੇ ਗੁੰਮਰਾਹ ਹੋ ਕੇ $6500 ਦੇ ਵਿੱਚ ਆਪਣੀ ਫਾਈਲ ਦੇ ਆਉਂਦੇ ਹੋ ਕਿ ਸਾਡੇ ਪੈਸੇ ਘੱਟ ਲੱਗਣਗੇ, ਸਾਡਾ 4 ਲੱਖ ਰੁਪਇਆ ਲੱਗੂ ਜੀ, ਅਸੀਂ ਤਾਂ ਕੈਨੇਡਾ ਚਲ ਜਾਾਂਗੇ। ਪਰ ਜੋ ਸਰਕਾਰੀ ਫੀਸ ਐਟ ਦੀ ਟਾਈਮ ਹੈਗੀ ਮੌਂਟਰੀਅਲ ਦੀ ਉਹ 8 ਲੱਖ ਦੇ ਕਰੀਬ ਫੀਸ ਆ। ਸੋ ਇਹ ਜਿਹੀਆਂ ਤੁਸੀਂ ਗਲਤ ਐਡਵਰਟਾਈਜ਼ਮੈਂਟ ਗਲਤ ਕੰਸਲਟੈਂਟਸ ਤੋਂ ਬਚੋ। ਪਹਿਲਾਂ ਆਪ ਤੁਸੀਂ ਪੜ੍ਹ ਲਿਆ ਕਰੋ। ਹਰ ਕਾਲਜ ਦੀ ਵੈਬਸਾਈਟ ਬਣੀ ਹੁੰਦੀ ਆ, ਉਹਦੇ ਵਿੱਚ ਇੱਕ ਡੋਮੈਸਟਿਕ ਸਟੂਡੈਂਟ ਦਾ ਟੈਬ ਹੁੰਦਾ, ਇੱਕ ਇੰਟਰਨੈਸ਼ਨਲ ਸਟੂਡੈਂਟ ਦਾ ਟੈਬ ਹੁੰਦਾ। ਉੱਥੇ ਜਾ ਕੇ ਅੱਗੇ ਪ੍ਰੋਗਰਾਮ ਹੁੰਦੇ ਨੇ, ਉਹਨਾਂ ਦੀਆਂ ਫੀਸ ਸਟਰਕਚਰ ਹੁੰਦੀਆਂ ਨੇ। ਸੋ ਤੁਸੀਂ ਆਪ ਚੈੱਕ ਕਰ ਲਿਆ ਕਰੋ ਇਹ ਚੀਜ਼ਾਂ ਦੇਖਣ ਤੋਂ ਪਹਿਲਾਂ ਕਿ ਤੁਸੀਂ ਗਲਤ ਏਜੰਟ ਕੋਲ ਨਾ ਫਸੋ ਜਾ ਕੇ। ठीक है जी। सो मंच कोई भी सवाल है जी संपर्क कर सकते हो। मनवीर साडे नाल दर्शकों की काफी लंबी कतार लग गई। सो साडे दर्शक दी कॉल लगी जी। हाँ जी, सत श्री अकाल जी, स्वागत है। की नाम है, कित्थों बोल रहे हो? संपर्क टुट गया जी। जदों भी कॉल करते होने हो प्लीज टीवी दी आवाज घटा के कॉल करया करो और नेटवर्क दे विच आके ही साडे नाल संपर्क करया करो। अगले दर्शक जी, सत श्री अकाल, स्वागत है जी। संपर्क टूट गया। बार बार थोनों इको गुजारिश कर रहे हैं, कॉल करते होने नैटवर्क च आके और टीवी दी आवाज जिहड़ी आ ओह घटा के ही तुसीं साडे नाल गलबात करो। क्यूबेक की गल करांगे, क्यूबेक के हालातों के उत्ते भी मैनूं लगदा डिस्कस करना बहुत ज़्यादा जरूरी है। इस गल नूं एक साइड ते करांगे, लेकिन उस तो पहला क्यूबेक नूं लैके वड्डा सवाल हैगा प्राइवेट कॉलेज और पब्लिक कॉलेज। कहंदे ने भी प्राइवेट कॉलेज जाण दा फायदा नहीं है, कोई कहंदा भी कोई फर्क नहीं पैंदा, जाओ।
ਤੁਹਾਡਾ ਕੀ ਮੰਨਣਾ ਹੈਗਾ ਕਿ ਪ੍ਰਾਈਵੇਟ ਕਾਲਜ ਔਰ ਪਬਲਿਕ ਕਾਲਜ, ਸਰਕਾਰੀ ਕਾਲਜ ਕੋਈ ਖਾਸਾ ਫਰਕ ਹੈਗਾ? ਵਿਦਿਆਰਥੀ ਦੇ ਭਵਿੱਖ ਤੇ ਕੋਈ ਫਰਕ ਪੈਂਦਾ ਉਸ ਚੀਜ਼ ਦਾ? ਪ੍ਰਾਈਵੇਟ ਕਾਲਜ ਜੀ ਤੇ ਜੋ ਪਬਲਿਕ ਕਾਲਜ ਨੇ ਉਹਦਾ ਫੈਕਟ ਕਿਊਬਿਕ ਦੇ ਉੱਪਰ ਕੋਈ ਨਹੀਂ ਹੈ। ਕਿਊਬਿਕ ਦਾ ਜੋ ਸਿਨੈਰੀਓ ਹੈ ਦੈਟ ਇਜ਼ ਟੋਟਲੀ ਡਿਫਰੈਂਟ। ਇਹ ਕੁਐਸਚਨ ਦੀਆਂ ਕਾਲਸ ਬੱਚਿਆਂ ਨੇ ਐਪਲੀਕੇਸ਼ਨਸ ਲਾਈਆਂ ਵੀ ਹੋਈਆਂ ਨੇ, ਫਿਰ ਮੈਨੂੰ ਬਾਰ-ਬਾਰ ਪੁੱਛਦੇ ਆ ਭਾਜੀ ਇਹ ਕਾਲਜ ਪ੍ਰਾਈਵੇਟ ਆ ਜਾਂ ਇਹ ਕਾਲਜ ਸਰਕਾਰੀ ਆ। ਮੈਂ ਬਾਰ-ਬਾਰ ਦੱਸਦਾ ਕਿ ਕਿਊਬੈਕ ਦੇ ਵਿੱਚ ਜਿੰਨੇ ਕਾਲਜ ਨੇ ਉਹ ਕੋਈ ਪਬਲਿਕ ਜਾਂ ਪ੍ਰਾਈਵੇਟ ਕਾਲਜ ਨਹੀਂ, ਦੈਟ ਆਰ ਸੈਮੀ ਕਾਲਜਿਸ। ਕਿ ਉਹਦੇ ਵਿੱਚ ਇਹਦੀ ਇੱਕ ਗੱਲ ਸੁਣ ਲਓ ਕਿ ਉਹਦੇ ਵਿੱਚ 900 ਘੰਟਾ ਤੁਸੀਂ ਅਗਰ ਇੱਕ ਸਾਲ ਦੇ ਵਿੱਚ ਪੜੋਗੇ, 900 ਘੰਟਾ ਤੇ ਟੋਟਲ 2 ਸਾਲਾਂ ਦੇ ਵਿੱਚ ਜਿਹੜਾ ਬੱਚਾ 1800 ਘੰਟੇ ਦੀ ਸਟੱਡੀ ਕਰ ਲੂਗਾ ਉਸ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਉਹਦੇ ਵਿੱਚ ਚਾਹੇ ਐਵਲਨ ਕਾਲਜ ਆ, ਚਾਹੇ ਨੈਸ਼ਨਲ ਸੇਂਟ ਮਿਸ਼ੇਲ CDI, देयर आर लॉट ऑफ कॉलेजेस ਕਿ ਉਹਨਾਂ ਦੇ ਵਿੱਚ ਤੁਸੀਂ 1800 ਘੰਟੇ ਪੜ ਲਏ ਦੈਨ ਯੂ ਆਰ ਐਲੀਜੀਬਲ ਫॉर ਪੋਸਟ ਗ੍ਰੈਜੂਏਟ ਵਰਕ ਪਰਮਿਟ। ਠੀਕ ਹੈ। ਸੋ ਬੜੀਆਂ ਬਰੀਕੀ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਜਾਣਕਾਰੀਆਂ ਹੁੰਦੀਆਂ ਨੇ, ਉਹ ਤੁਹਾਨੂੰ ਜਾਣਨੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ। ਪਹਿਲਾਂ ਸੈਲਫ ਸਟੱਡੀ ਕਰ ਲਿਆ ਕਰੋ, ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹਦੇ ਬਾਰੇ ਜ਼ਰੂਰ ਤੁਸੀਂ ਅੰਗਦ ਇਮੀਗ੍ਰੇਸ਼ਨ ਨਾਲ ਸੰਪਰਕ ਕਰ ਸਕਦੇ ਹੋ। ਦਰਸ਼ਕ ਜੁੜੇ ਨੇ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਿੱਥੋਂ ਬੋਲ ਰਹੇ ਹੋ? टीवी ਦੀ आवाज घटा दो जी, नहीं तो संपर्क टूट सकता है। हाँ जी, सत श्री अकाल, स्वागत है। की नाम है जी? हाँ जी, सत श्री अकाल जी। हाँ जी, की सवाल है जी? कितों बोल रहे हो? ਅਸੀਂ ਨਵਾਂ ਸ਼ਹਿਰ ਤੋਂ ਬੋਲ ਰਹੇ ਹਾਂ ਜੀ। ठीक है जी, की सवाल है? ਸਾਡਾ ਸਵਾਲ ਇਹ ਹੈ ਕਿ ਕੁਝ ਬੱਚਿਆਂ ਨੂੰ ਕਨਫਿਊਜ਼ਨ ਹੋਈ ਹੈ ਕਿ ਜਿਸ ਤਰ੍ਹਾਂ 20 ਘੰਟੇ ਤੋਂ ਵੱਧ ਅਗਰ ਕੁਝ ਘੰਟੇ ਲੱਗ ਜਾਂਦੇ ਆ ਤਾਂ ਵਰਕ ਪਰਮਿਟ ਨਹੀਂ ਮਿਲੇਗਾ। ਇਹਦੇ ਵਿੱਚ ਕਿੰਨੀ ਸੱਚਾਈ ਹੈ? ठीक है, ਓਕੇ। 20 ਘੰਟੇ ਤੋਂ ਵੱਧ ਵਰਕ ਪਰਮਿਟ ਨਹੀਂ ਮਿਲੂਗਾ ਜੇ ਜ਼ਿਆਦਾ ਟਾਈਮ ਲੱਗ ਜਾਂਦਾ। ਭਾਜੀ ਸਤਿ ਸ਼੍ਰੀ ਅਕਾਲ ਜੀ, ਇਹ ਵਧੀਆ ਕੁਐਸਚਨ ਆ ਤੁਸੀਂ ਪੁੱਛਿਆ, ਬਟ ਆਪਾਂ ਅੱਜ ਸਟੱਡੀ ਵੀਜ਼ੇ ਦੇ ਵਿਸ਼ੇ ਤੇ ਗੱਲ ਕਰਦੇ ਸੀ। ਬਟ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਦੋਂ ਬੱਚਾ ਜਾਂਦਾ ਵਾ ਤਾਂ ਸਿਰਫ 20 ਘੰਟੇ ਵੀਕ ਦੇ ਅਲਾਉਡ ਹੁੰਦੇ ਨੇ, ਤੇ ਉਸ ਤੋਂ ਬਾਅਦ ਅਗਰ ਤੁਸੀਂ 20 ਘੰਟੇ ਤੋਂ ਬਾਅਦ ਸਿਨ ਨੰਬਰ ਤੇ ਤੁਸੀਂ ਕੰਮ ਕਰੋਗੇ ਦੈਨ देयर विल बी अ प्रॉब्लम टू गेटिंग योर पोस्ट ग्रेजुएट वर्क परमिट। ਸੋ 20 ਘੰਟੇ ਤੋਂ ਜ਼ਿਆਦਾ ਤੁਸੀਂ, ਕਈ ਬੱਚੇ ਕੈਸ਼ ਤੇ ਕੰਮ ਕਰਦੇ ਨੇ ਬਟ ਸਿਨ ਤੇ ਤੁਸੀਂ 20 ਘੰਟੇ ਹੀ ਅਲਾਉਡ ਹੋ ਜੀ ਕੰਮ ਕਰਨ ਦੇ ਲਈ ਇੱਕ ਹਫਤੇ ਦੇ ਵਿੱਚ। ਜੀ ਠੀਕ ਹੈ ਜੀ, ਉਮੀਦ ਹੈ ਜੀ ਸਵਾਲ ਦਾ ਜਵਾਬ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ। ਅਗਲੇ ਦਰਸ਼ਕ ਸਾਡੇ ਨਾਲ ਜੁੜੇ ਨੇ, ਕਾਲ ਲਵਾਂਗੇ, ਲੇਕਿਨ ਪਹਿਲਾਂ ਅਸੀਂ ਡਿਸਕਸ ਕਰ ਲਈ ਜਿਹੜੇ ਵਿਦਿਆਰਥੀ ਨੇ PT ਕੀਤੀ ਹੈ, PT ਦੇ ਸਿਰ ਦੇ ਉੱਪਰ ਵੀਜ਼ਾ ਮਿਲੂਗਾ ਕਿ ਨਹੀਂ ਮਿਲੂਗਾ? ਕਿਉਂਕਿ ਨੌਨ SGS ਇੱਕ ਵੱਡਾ ਨਾਮ ਆ ਜਾਂਦਾ ਹੈ। ਨੌਨ SGS ਕਹਿੰਦਿਆਂ ਹੀ ਬੱਚਾ ਜਿਹੜਾ ਉਹ ਡਰ ਜਾਂਦਾ ਹੈ। ਸੋ ਕੀ ਮੰਨਦੇ ਹੋ ਵੀ PT ਵਾਲਾ ਵਿਦਿਆਰਥੀ ਜਾ ਸਕਦਾ ਹੈ? ਤੇ ਜੇ ਜਾ ਸਕਦਾ ਹੈ ਤਾਂ ਕਿਹੜੀ ਪ੍ਰੋਵਿੰਸ ਹੈ, ਕਿਹੜਾ ਕਾਲਜ ਹੈ ਜਿੱਥੇ ਉਹਨੂੰ ਜਾਣਾ ਚਾਹੀਦਾ? PT ਦੇ ਵਿੱਚ ਕੀ ਸੀ ਆਪਸ਼ਨ? ਪਹਿਲਾਂ ਸਿਰਫ ਆਸਟ੍ਰੇਲੀਆ ਲੈਂਦਾ ਸੀਗਾ, ਹੌਲੀ ਹੌਲੀ ਇੰਗਲੈਂਡ ਨੇ ਲੈਣਾ ਸ਼ੁਰੂ ਕਰਤਾ, ਨਿਊਜ਼ੀਲੈਂਡ ਨੇ ਸ਼ੁਰੂ ਕਰਤਾ, ਹੁਣ ਕੈਨੇਡਾ ਨੇ ਵੀ ਸ਼ੁਰੂ ਕਰਤਾ। ਪਹਿਲਾਂ ਬੱਚਿਆਂ 'ਚ ਬਹੁਤ ਹੀ ਡਰ ਸੀਗਾ ਕਿ PT ਦੇ ਵਿੱਚ ਵੀਜ਼ਾ ਨਹੀਂ ਆਉਂਦਾ, ਬਟ ਸਾਡੇ ਕੋਲ ਘੱਟੋ ਘੱਟ 150 ਤੋਂ ਜ਼ਿਆਦਾ ਐਪਲੀਕੇਸ਼ਨ PT ਦੀ ਪਈ ਆ। ਤੇ ਇਸ ਟਾਈਮ ਤੇ ਸੁਨਹਿਰੀ ਮੌਕਾ, 골ਡਨ ਓਪਰਚੁਨਿਟੀ ਆ ਸਾਰਿਆਂ ਦੇ ਲਈ ਕਿ ਅਸੀਂ ਵੀ ਨਹੀਂ ਟਾਈਮ ਵੇਸਟ ਕਰਨਾ ਚਾਹੁੰਦੇ। 1 ਮਿੰਟ ਦਾ ਅਸੀਂ ਟਾਈਮ ਨਹੀਂ ਵੇਸਟ ਕਰ ਰਹੇ ਕਿ ਅਸੀਂ PT ਵਾਲੀਆਂ ਫਾਈਲਾਂ ਲਾਈਏ, ਬਟ ਅਸੀਂ ਲਾ ਰਹੇ ਹਾਂ ਕਿਉਂਕਿ ਰੀਸੈਂਟ ਲਾਸਟ ਈਅਰ ਆਈ ਥਿੰਕ ਨਵੰਬਰ ਦਸੰਬਰ ਚ ਆਈ ਵਾਜ਼ ਇਨ ਕੈਨੇਡਾ ਐਟ ਦੈਟ ਟਾਈਮ, ਦੈਨ ਨਿਊ ਦਿੱਲੀ ਹਾਈ ਕਮਿਸ਼ਨ ਨੇ ਇੱਕ ਵੈਬਿਨਾਰ ਆਰਗੇਨਾਈਜ਼ ਕੀਤਾ ਸੀਗਾ। ਉਹਦੇ ਵਿੱਚ ਉਹਨਾਂ ਨੇ ਪ੍ਰੋਪਰ ਦੱਸਿਆ ਕਿ ਤੁਹਾਡੀ ਫਾਈਲ ਦੇ ਵਿੱਚ ਅਸੀਂ ਪੀਅਰਸਨ ਅਸੈਪਟ ਕਰ ਸਕਦੇ ਹਾਂ, ਤੁਸੀਂ ਬਾਕੀ ਆਫਿਸ ਹਜੇ ਸਾਡਾ ਕਲੋਜ਼ ਆ, ਨਹੀਂ ਤਾਂ ਤੁਸੀਂ ਆਫਿਸ ਆਉਂਦੇ ਅਸੀਂ ਤੁਹਾਨੂੰ ਸ਼ੋਅ ਕਰ ਦਿੰਦੇ। ਤੇ ਇਸ ਕਰਕੇ PT ਇਜ਼ ਟੋਟਲੀ ਅਸੈਪਟਿਵ। ਪਹਿਲਾਂ ਪ੍ਰਾਈਵੇਟ ਕਾਲਜਿਸ 'ਚ ਸੀਗਾ ਬਟ ਹੁਣ ਸਰਕਾਰੀ ਕਾਲਜਾਂ 'ਚ ਵੀ ਅਸੈਪਟ ਕਰਨ ਲੱਗ ਗਏ ਨੇ। ਥੋੜੀਆਂ ਉਹਨਾਂ ਦੀਆਂ ਜੋ ਸਕੋਰ ਰਿਕੁਆਇਰਮੈਂਟ ਉਹਨਾਂ ਨੇ PT ਦੀ ਥੋੜੀ ਹਾਈ ਰੱਖੀ ਹੋਈ ਆ। ਠੀਕ ਹੈ। ਸੋ ਜਿਹੜੇ PT ਵਾਲੇ ਵਿਦਿਆਰਥੀ ਨੇ ਉਹ ਬਿਲਕੁਲ ਵੀ ਨਾ ਘਬਰਾਉਣ। ਜੇਕਰ ਤੁਸੀਂ ਆਇਲਸ ਕਰਨ ਤੋਂ ਡਰਦੇ ਹੋ ਤਾਂ PT ਕਰਕੇ ਵੀ ਤੁਸੀਂ ਆਪਣੇ ਸੁਪਨਿਆਂ ਦੀ ਨਗਰੀ ਵੱਲ ਉਡਾਨ ਭਰ ਸਕਦੇ ਹੋ। ਨੰਬਰ ਸਕਰੀਨ ਦੇ ਉੱਤੇ ਲਗਾਤਾਰ ਇਸ ਵੇਲੇ ਡਿਸਪਲੇ ਹੋ ਰਿਹਾ ਹੈ। ਕਿਊਬਿਕ ਦੇ ਹਾਲਾਤਾਂ ਦੀ ਹੁਣ ਗੱਲ ਕਰ ਲੈਂਦੇ ਆ। ਜੋ ਹਾਲਾਤ ਚੱਲ ਰਹੇ ਸੀ, ਕੋਈ ਤਬਦੀਲੀ ਆਈ ਹੈ? ਆ ਰਹੇ ਨੇ ਵਿਦਿਆਰਥੀਆਂ ਦੇ ਪਾਸਪੋਰਟ ਵੀਜ਼ੇ ਆ ਰਹੇ ਨੇ ਵਿਦਿਆਰਥੀਆਂ ਦੇ, ਕੁਝ ਹੁੰਦਾ ਨਜ਼ਰ ਆ ਰਿਹਾ ਹੈ? ਹਲਕੀ ਰਾਹਤ ਕੁਝ ਦਿਖ ਰਹੀ ਹੈ? ਹਾਂਜੀ, ਉਹ ਮੈਂ ਉਸ ਦਿਨ ਦੱਸ ਗਿਆ ਸੀ ਕਿ ਪਾਸਪੋਰਟ ਦੇ ਵਿੱਚ ਹਜੇ ਥੋੜੀਆਂ ਦੂਰੀਆਂ ਡਿਲੇਜ਼ ਆਪਾਂ ਕਹਿ ਸਕਦੇ ਹਾਂ ਕਿ ਹੋ ਰਹੀਆਂ ਨੇ। ਸਾਡੇ ਕਈ ਬੱਚਿਆਂ ਦਾ 1500-1600 ਜਿਹੜੀ VAC ਐਪਲੀਕੇਸ਼ਨ ਸੈਂਟਰ ਦੀ ਫੀਸ ਹੁੰਦੀ ਆ ਉਹ ਪੇਡ ਆਫ ਕੀਤੀ ਹੈ, ਬਟ ਸਾਨੂੰ ਈਮੇਲਸ ਆ ਗਈਆਂ ਨੇ ਕਿ ਤੁਸੀਂ ਪਾਸਪੋਰਟ ਹਜੇ ਆਪਣੇ ਕੋਲ ਰੱਖੋ। ਜਦੋਂ ਵੀ ਆ ਕੋਵਿਡ ਮਹਾਮਾਰੀ ਦਾ ਥੋੜਾ ਸਿਸਟਮ ਠੀਕ ਹੋ ਜਾਏਗਾ, ਜਿਹੜੀ ਦੂਜੀ ਵੇਵ ਚੱਲ ਰਹੀ ਆ, ਪਰਮਾਤਮਾ ਕਰੇ ਜਲਦੀ ਤੋਂ ਜਲਦੀ ਇਸ ਵੇਵ ਤੋਂ ਆਪਾਂ ਦੂਰ ਹੋਈਏ। ਮਸਾਂ ਆਪਣੇ ਕੰਮੀ ਫਿਰ ਰਾਹ ਪਏ ਸੀਗੇ ਤੇ ਇਸ ਕਰਕੇ ਵੀ ਉਹ ਥੋੜੀ ਡਿਲੇ ਹੋ ਰਹੇ ਨੇ ਪਾਸਪੋਰਟ ਸਬਮਿਸ਼ਨ, ਬਟ ਉਹਦੇ ਨਾਲ ਸਟੱਡੀ ਪਰਮਿਟ ਦਾ ਕੋਈ ਹਜੇ ਰੋਕ ਟੋਕ ਨਹੀਂ ਹੈਗੀ ਬਿਕਾਜ਼ ਇਮੀਗ੍ਰੇਸ਼ਨ ਪੂਰੇ ਐਕਸ਼ਨ ਦੇ ਵਿੱਚ ਕੰਮ ਕਰ ਰਹੀ ਆ, ਪੂਰੇ ਐਕਸ਼ਨ 'ਚ ਫਾਈਲਸ ਸਬਮਿਟ ਹੋ ਰਹੀਆਂ ਨੇ ਤੇ ਇਸ ਕਰਕੇ ਉਹਦੇ ਦੇ ਵਿੱਚ ਕੋਈ ਦਿੱਕਤ ਨਹੀਂ ਜੀ ਅਜੇ। ਜੀ ਠੀਕ ਹੈ ਜੀ, ਸੋ ਸੰਪਰਕ ਕਰ ਸਕਦੇ ਹੋ। ਦਰਸ਼ਕ ਜੁੜੇ ਨੇ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਿੱਥੋਂ ਬੋਲ ਰਹੇ ਹੋ? मैडम सत श्री अकाल। सत श्री अकाल जी, की नाम है जी? कितों बोल रहे हो? मेरा नाम जी परमवीर, मैं लुधियाना तो बोल रही हूँ जी। ठीक है। मेरी बेटी ने ना
30 ਅਪ੍ਰੈਲ ਕੈਨੇਡਾ ਸਟੱਡੀ ਵੀਜ਼ਾ ਆਇਆ ਸੀਗਾ। 30 ਅਪ੍ਰੈਲ ਨੂੰ ਪਾਸਪੋਰਟ ਦੀ ਸਬਮਿਸ਼ਨ ਲੈਟਰ ਆਈ ਸੀ। ਠੀਕ ਹੈ, ਕਿਹੜੇ ਇਨਟੇਕ ਲਈ ਅਪਲਾਈ ਕੀਤਾ ਸੀ ਆਪਾਂ? ਹਾਂਜੀ, ਕਿਹੜੇ ਇਨਟੇਕ ਵਾਸਤੇ ਅਪਲਾਈ ਕੀਤਾ ਸੀ ਆਪਾਂ? ਸਤੰਬਰ ਇਨਟੇਕ ਵਾਸਤੇ। ਠੀਕ ਹੈ ਜੀ, ਓਕੇ। ਸਵਾਲ ਕੀ ਹੈ ਜੀ? ਜਮਾ VFS ਅੰਦਰ ਕਿੱਦਾਂ ਜਮਾ ਹੋਣੇ? ਬਿਲਕੁਲ ਜੀ, ਬਿਲकुल बिल्कुल ठीक है। अच्छा ठीक है, VFS ਬਾਰੇ ਪੁੱਛਣਾ ਚਾਹੁੰਦੇ ਹੋ? ਹੋਰ ਇਸ ਤੋਂ ਅਗਲਾ ਸਵਾਲ ਕੀ ਹੈ ਜੀ? ਬਸ ਠੀਕ ਹੈ, ਉਹਦੇ ਬਾਰੇ ਸਾਨੂੰ ਜਾਣਨ ਪਾਓ ਜਰਾ। ਠੀਕ ਹੈ ਜੀ, ਜ਼ਰੂਰ। ਪਾਸਪੋਰਟ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਪਾਸਪੋਰਟ ਸਬਮਿਸ਼ਨ ਦੇ ਜੇ ਅਗਰ ਤੁਹਾਡੀ ਆ ਚੁੱਕੀ ਆ ਤੇ ਉਹਦੇ ਲਈ ਤੁਸੀਂ ਹਜੇ ਵੇਟ ਕਰੋ। ਜਦੋਂ ਵੀ VFS ਖੁੱਲਣਗੇ ਤਾਂ ਅਸੀਂ ਅਪਡੇਟ ਕਰ ਦਾਂਗੇ। VFS ਨੇ ਖੁਦ ਅਪਡੇਟ ਕਰ ਦੇਣਾ ਜੀ। ਠੀਕ ਹੈ ਜੀ, ਸੋ ਸੰਪਰਕ ਕਰ ਸਕਦੇ ਹੋ ਜੀ। VFS ਨੂੰ ਲੈ ਕੇ ਅਸੀਂ ਲਾਸਟ ਸ਼ੋਅ 'ਚ ਵੀ ਡਿਸਕਸ ਕੀਤਾ ਸੀਗਾ ਕਿ ਕਲੋਜ਼ ਹੋ ਚੁੱਕੇ ਨੇ। ਸੋ ਕੀ ਭਵਿੱਖ ਦੇਖਦੇ ਹੋ, ਕਦੋਂ ਤੱਕ ਕੋਈ ਖੁੱਲਣ ਦੀ ਕੋਈ ਹੈਗੀ ਆ ਉਮੀਦ ਜਾਗ ਰਹੀ ਹੈ ਕੋਈ, ਕਿ ਜੋ ਮਹਾਮਾਰੀ ਚੱਲ ਰਹੀ ਹੈ ਇਸ ਦੇ ਮੱਦੇਨਜ਼ਰ ਹੋ ਸਕਦਾ ਕੋਈ ਲੰਮਾ ਟਾਈਮ ਪੀਰੀਅਡ ਲੱਗ ਜਾਵੇ? ਹਜੇ ਐਸ ਸੱਚ ਉਹ ਨਿਊਜ਼ ਦੇ ਵਿੱਚ ਤੁਸੀਂ ਜ਼ਿਆਦਾ ਨਿਊਜ਼ ਚੈਨਲ 'ਚ ਤੁਹਾਡੇ ਕੋਲ ਇੱਕ ਮਿੰਟ ਦੀ ਜ਼ਿਆਦਾ ਖਬਰ ਆਉਂਦੀ ਆ ਤੇ ਇਸ ਕਰਕੇ ਅਸੀਂ ਵੀ ਵੇਟ ਕਰ ਰਹੇ ਹਾਂ ਕਿ ਕਦੋਂ ਇਹ ਖੁਸ਼ਖਬਰੀ ਆਵੇ ਕਿ ਇੰਨਾ ਕੁ ਬੱਚਾ ਸਟਕ ਹੋਇਆ ਪਿਆ। ਕੋਈ ਕਹਿੰਦੇ 2000, ਕੋਈ ਕਹਿੰਦੇ 4-5000, ਬਟ ਐਟਲੀਸਟ 35 ਤੋਂ 40,000 ਬੱਚੇ ਦੀ ਕਿਊਬੈਕ ਦੇ ਵਿੱਚ ਫਾਈਲ ਰੁਕੀਆਂ ਹੋਈਆਂ ਨੇ। ਮੈਂ ਬਾਰ-ਬਾਰ ਇੱਕ ਏਜੰਟਸ ਦੀ ਗੱਲ ਕਰਦਾ ਹੁੰਨਾ ਕਿ ਕਈ ਏਜੰਟਸ ਦੀਆਂ ਮੈਨੂੰ ਕਾਲਸ ਆ ਰਹੀਆਂ ਕਿ ਸਾਡੇ ਕੋਲ 30 ਫਾਈਲਾਂ ਨੇ, ਸਾਡੇ ਕੋਲ 40 ਫਾਈਲਾਂ ਨੇ, ਬਟ ਉਹਨਾਂ ਨੇ ਕੀਤਾ ਕੀ ਹੋਇਆ ਕਿ ਆਪਣੇ ਕੋਲੋਂ ਪੈਸੇ, ਜਿੱਦਾਂ ਅਸੀਂ ਵੀ ਚਲੋ ਕੋਲੋਂ ਲਗਾਉਂਦੇ ਆ ਬੱਚਿਆਂ ਦੇ ਭਵਿੱਖ ਦੇ ਲਈ, ਬਟ ਉਹ ਏਜੰਟਸ ਹਜੇ ਵੀ ਵੇਟ ਕਰੀ ਜਾਂਦੇ ਨੇ ਕਿ ਜੀ ਰੁਕ ਜਾਓ। ਬੱਚਿਆਂ ਨੂੰ ਕਹੀ ਜਾਂਦੇ ਨੇ ਕਿ ਰੁਕ ਜਾਓ, 6 ਅਗਸਤ ਤੱਕ ਵੀਜ਼ਾ ਆ ਜਾਊਗਾ। ਉਹਨਾਂ ਨਾਲ ਮੇਰੀ ਗੱਲਬਾਤ ਵੀ ਹੋਈ ਸੀ ਵੀ ਇਸ ਟਾਈਮ ਤੇ ਰੁਕਣਾ ਵਾ ਤਾਂ ਕੁਝ ਟਾਈਮ ਲਿਮਿਟ ਬੰਨ ਲਓ ਤੁਸੀਂ ਆਪਣਾ। 15 ਮਈ ਤੋਂ ਬਾਅਦ ਤੁਸੀਂ 20, 25, 30 ਮਈ ਤੱਕ ਰੁਕ ਜਾਓ, ਬਟ ਉਹਦੇ ਨਾਲ ਤੁਸੀਂ ਆਪਣਾ ਵੀ ਪੈਸਾ ਰੋਕਿਆ ਹੋਇਆ ਤੇ ਬੱਚਿਆਂ ਦਾ ਫਿਊਚਰ ਵੀ ਅੱਗੇ ਵਧਣ ਤੋਂ ਤੁਸੀਂ ਰੋਕਿਆ ਹੋਇਆ। ਸੋ ਉਹ ਤੁਸੀਂ ਇੱਕ ਟਾਈਮ ਬੰਨ ਲਓ 15 ਮਈ ਦਾ। ਉਸ ਤੋਂ ਬਾਅਦ ਤੁਸੀਂ ਆਪਣਾ DLI ਚੇਂਜ ਕਰਾਉਣਾ ਤਾਂ ਰਾਈਟ ਵੇ DLI। ਮਨਵੀਰ, ਅਸੀਂ ਨਾ ਸਾਰੀਆਂ ਗੱਲਾਂ ਨੂੰ ਇੱਕ ਸਾਈਡ ਦੇ ਉੱਤੇ ਰੱਖਦੇ ਹਾਂ ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਅਸੀਂ ਉਹਨਾਂ ਨੂੰ ਬਿਲਕੁਲ ਵੀ ਨੈਗੇਟਿਵ ਨਹੀਂ ਕਰਨਾ, ਪੋਜ਼ਿਟਿਵ ਜ਼ਰੂਰ ਕਰਨਾ ਹੈ। ਜੇਕਰ ਇਹਨਾਂ ਹਾਲਾਤਾਂ ਦੇ ਚੱਲਦੇ ਚਲੋ ਇੱਕਦਮ ਨਾ ਕੋਈ ਚਮਤਕਾਰੀ ਹੋ ਜਾਂਦਾ, ਸਾਰਾ ਕੁਝ ਬਹੁਤ ਜਲਦੀ ਠੀਕ ਹੋ ਜਾਂਦਾ ਹੈ। ਐਸੇ ਦੇ ਵਿੱਚ ਜੇਕਰ ਫਲਾਈਟਸ ਖੁੱਲਦੀਆਂ ਨੇ ਤਾਂ ਵਿਦਿਆਰਥੀਆਂ ਨੂੰ ਟਰੈਵਲ ਕਰਨਾ ਚਾਹੀਦਾ ਜਾਂ ਫਿਰ ਨਹੀਂ? ਇਹਦੇ ਤੇ ਤੁਸੀਂ ਕੀ ਕਹੋਗੇ? ਬਟ ਮੇਰੀ ਸੁਜੈਸ਼ਨ ਆ ਕਿ ਹਜੇ ਕੈਨੇਡਾ ਸਰਕਾਰ ਜੇ ਫਲਾਈਟ ਖੋਲਦੀ ਵੀ ਆ ਤਾਂ ਤੁਸੀਂ ਮੇਰੇ ਸੁਜੈਸ਼ਨ ਦੇ ਨਾਲ ਹਜੇ ਟਰੈਵਲ ਕਰਨ ਦੀ ਇੱਕਦਮ ਹਫੜਾ ਦਫੜੀ ਨਾ ਮਚਾ ਦਿਓ ਕਿ ਉੱਥੇ ਕੋਵਿਡ। ਉਹਨਾਂ ਨੇ ਸਿਰਫ ਅੰਟਾਰੀਓ ਦਾ 에ਅਰਪੋਰਟ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਬੈਨ ਕੀਤਾ। ਦੈਟ ਇਜ਼ ਫॉर ਇੰਟਰਨੈਸ਼ਨਲ ਸਟੂਡੈਂਟਸ ਓਨਲੀ। देयर आर 4 more ਇੰਟਰਨੈਸ਼ਨਲ 에ਅਰਪੋਰਟਸ ਜਿਹਨੂੰ ਪੋਰਟ ਆਫ ਐਂਟਰੀ ਕਹਿ ਦਿੰਦੇ ਆ ਕਿ ਪੋਰਟ ਆਫ ਐਂਟਰੀ ਮੀਨ ਜਿੱਥੇ ਬੰਦਾ ਜ਼ਿੰਦਗੀ 'ਚ ਪਹਿਲੀ ਵਾਰ ਜਾ ਕੇ ਕੈਨੇਡਾ ਉਤਰਦਾ ਉਹਨੂੰ ਪੋਰਟ ਆਫ ਐਂਟਰੀ ਕਹਿ ਦਿੰਦੇ ਆ। ਉਹ ਵੈਨਕੂਵਰ ਵੀ ਹੈ, ਹਜੇ ਕੈਲਗਰੀ ਵੀ ਹੈ, ਮੌਂਟਰੀਅਲ ਵੀ ਹੈ। ਅਗਰ ਕੋਈ ਤੁਹਾਡਾ ਅੜਦੇ ਥੁੜਦੇ ਨੂੰ ਤੁਸੀਂ ਜਾਣਾ ਹੀ ਜਾਣਾ ਕਿ ਅਸੀਂ ਪੈਸੇ ਵਿਆਜ ਤੇ ਚੁੱਕੇ ਨੇ ਜੀ, ਅਸੀਂ ਤਾਂ ਜਾਂਦਿਆਂ ਨੇ ਕੰਮ ਲੱਗਣਾ, ਤਾਂ ਹਜੇ ਉੱਥੇ ਕੰਮ ਥੋੜਾ ਘੱਟ ਆ। ਤੇ ਮੇਰੀ ਸੁਝਾਅ ਇਹੀ ਆ ਕਿ ਐਟਲੀਸਟ ਇੱਕ ਸਮੈਸਟਰ ਤੁਸੀਂ ਇੰਡੀਆ 'ਚ ਲਾਓ ਤੇ ਉੱਥੇ ਜਾ ਕੇ ਤੁਹਾਡੇ ਖਰਚੇ ਸ਼ੁਰੂ ਹੋ ਜਾਂਦੇ ਨੇ। ਜਿਸ ਦਿਨ ਤੁਸੀਂ ਕੈਨੇਡਾ ਦੀ ਪੈਰ ਧਰਤੀ ਤੇ ਰੱਖ ਲਿਆ ਤਾਂ ਤੁਹਾਡੇ ਬਿੱਲ, ਬੱਤੀਆਂ, ਤੁਹਾਡੀ ਰੈਂਟ, ਜਿਹੜੇ ਬੇਸਮੈਂਟ 'ਚ ਰਹਿੰਦੇ, ਘੱਟੋ ਘੱਟ $700-800 ਖਰਚਾ ਸ਼ੁਰੂ ਹੋ ਜਾਂਦਾ। ਤੇ ਹਜੇ ਇੱਕ ਸਮੈਸਟਰ ਐਟਲੀਸਟ ਇੱਥੇ ਲਾਓ ਕਿਉਂਕਿ ਕੈਨੇਡਾ ਸਰਕਾਰ ਨੇ ਨਹੀਂ ਕਿਹਾ ਕਿ ਤੁਸੀਂ ਆ ਜਾਓ ਸਾਡੇ ਕੋਲ। ਉਹ ਕਹਿੰਦੇ ਤੁਸੀਂ ਆਨਲਾਈਨ ਕਲਾਸਾਂ ਲਗਾ ਲਓ ਬੈਠ ਕੇ, ਕਿ ਜਦੋਂ ਹੀ ਕੋਵਿਡ ਨੂੰ ਥੋੜੀ ਮੋਟੀ ਠੱਲ ਪੈ ਗਈ ਅਸੀਂ ਅਨਾਉਂਸਮੈਂਟ ਕਰ ਦਾਂਗੇ, ਆਪਣੇ ਟਵੀਟ ਕਰ ਦਾਂਗੇ ਕਿ ਤੁਸੀਂ ਟਰੈਵਲ ਕਰਨਾ ਸ਼ੁਰੂ ਕਰ ਦਿਓ। ਬਿਲਕੁਲ। ਸੋ ਘਰੇ ਵਾਈਫਾਈ ਲਵਾ ਲਓ ਔਰ ਆਪਣੀ ਜਿਹੜੀ ਆਨਲਾਈਨ ਸਟੱਡੀ ਹੈ ਤੁਸੀਂ ਕਰ ਸਕਦੇ ਹੋ, ਹਨਾ? ਬਿਲਕੁਲ ਜੀ। ਸੋ ਅਗਲੇ ਦਰਸ਼ਕ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਿੱਥੋਂ ਬੋਲ ਰਹੇ ਹੋ ਜੀ? ਨਮਸਕਾਰ, ਸਤਿ ਸ਼੍ਰੀ ਅਕਾਲ। ਹਾਂ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ, ਕੀ ਸਵਾਲ ਹੈ? ਹਾਂਜੀ, ਮੈਂ ਜਸਵੰਤ ਸਿੰਘ ਬੋਲ ਰਿਹਾ ਦਿੱਲੀ ਤੋਂ। ਠੀਕ ਹੈ ਜੀ, ਕੀ ਸਵਾਲ ਹੈ ਜਸਵੰਤ ਜੀ? ਮੈਡਮ, ਮੇਰਾ ਸਵਾਲ ਹੈ ਕਿ ਮੈਂ ਕੈਨੇਡਾ ਜਾਣਾ ਚਾਹੁੰਦਾ ਤੇ ਮੈਂ ਫੀਸ ਵੀ ਭਰਤੀ ਆ। ਠੀਕ ਹੈ। ਤੇ ਹੁਣ ਉੱਥੋਂ ਮੈਨੂੰ ਕੋਈ ਨਹੀਂ ਆਇਆ, ਵੀਜ਼ਾ ਮੇਰਾ ਲੱਗਿਆ ਨਹੀਂ ਹਾਲੇ, ਤੇ ਮੈਂ 9 ਲੱਖ ਰੁਪਏ ਦੀ ਭਰਤੀ, ਤੇ ਇਹਦੇ ਬਾਰੇ ਕੀ ਹੋਣਾ? ਤੁਹਾਡਾ ਸਵਾਲ ਸਿਰ ਸਮਝ ਨਹੀਂ ਪਾ ਰਹੇ ਹਾਂ ਅਸੀਂ। ਤੁਸੀਂ ਫੀਸ ਭਰ ਚੁੱਕੇ ਹੋ? ਕਿਹੜੇ ਇਨਟੇਕ ਲਈ ਫੀਸ ਭਰੀ ਆ ਤੇ ਕਿਹੜੀ ਪ੍ਰੋਵਿੰਸ, ਕਿਹੜੇ ਕਾਲਜ ਦੀ ਭਰੀ ਆ? ਮੈਨੂੰ ਲੱਗਦਾ ਸਾਡੀ ਜਿਹੜੀ ਡਿਸਕਸ਼ਨ ਹੈ ਉਹ ਕਾਫੀ ਲੰਬੀ ਚਲੀ ਜਾਏਗੀ, ਹੈ ਨਾ? ਹਾਂਜੀ ਜੀ। ਸੋ ਤੁਸੀਂ ਸ਼ੋਅ ਤੋਂ ਬਾਅਦ ਕਾਲ ਕਰ ਦਿਓ ਕਿਉਂਕਿ ਤੁਸੀਂ ਆਲਰੇਡੀ ਫੀਸ ਭਰ ਚੁੱਕੇ ਹੋ। ਸ਼ੋਅ ਤੋਂ ਬਾਅਦ ਕਾਲ ਕਰਿਓ। ਅਗਲੇ ਦਰਸ਼ਕ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੀ ਨਾਮ ਹੈ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕੀ ਸਵਾਲ ਹੈ ਜੀ? ਮੈਮ, ਮੇਰੀ ਕੁਐਰੀ ਸੀ ਕਿ ਜਸਟ ਅਪਾਇੰਟਮੈਂਟ ਪਹਿਲਾਂ ਸਰ ਨੇ ਕਿਹਾ ਕਿ QC ਦੇ ਵਿੱਚ 1 ਈਅਰ ਦੇ 900 ਆਵਰਸ ਚਾਹੀਏ ਫਿਰ ਵਰਕ ਪਰਮਿਟ ਮਿਲਦਾ। ਵਰਕ ਪਰਮਿਟ ਫਿਰ ਮਿਲਦਾ ਹੈ ਸਰ? 900 ਘੰਟੇ ਪੜ੍ਹਨ ਤੋਂ। ਓਕੇ, ਠੀਕ ਹੈ। ਸਵਾਲ ਕੀ ਹੈ ਜੀ?
ਬਟ ਮੈਮ ਉਹ ਜਿਹੜੀ ਅਫੀਸ਼ੀਅਲ ਵੈਬਸਾਈਟ ਉਹਦੇ ਤੇ ਲਿਖਿਆ ਕਿ ਜਸਟ ਪ੍ਰੋਗਰਾਮ 900 ਘੰਟੇ ਹੋਣਾ ਚਾਹੀਦਾ। ਸਰ ਤੁਹਾਡੀ ਨਾ ਆਵਾਜ਼ ਕਲੀਅਰ ਨਹੀਂ ਆ ਰਹੀ ਹੈ, ਥੋੜਾ ਜਿਹਾ ਨੈਟਵਰਕ ਚ ਆਓ, ਲਾਈਵ ਸ਼ੋ ਹੈ, ਇੱਕ ਇੱਕ ਸਕਿੰਟ ਬੜਾ ਕੀਮਤੀ ਹੈ, ਆਪਣਾ ਸਵਾਲ ਕਲੀਅਰ ਆਵਾਜ਼ ਚ ਦੱਸੋ, ਤੁਹਾਡਾ ਸਵਾਲ ਕੀ ਹੈ ਪਾਰਟਿਕੂਲਰ? ਮੈਮ ਸਵਾਲ ਇਹ ਹੀ ਹੈ ਕਿ ਜਿਹੜਾ ਅਫੀਸ਼ੀਅਲ ਵੈਬਸਾਈਟ ਤੇ ਲਿਖਿਆ ਗਿਆ ਕਿ ਇਕੱਲਾ ਜਿਹੜਾ ਪ੍ਰੋਗਰਾਮ ਹੈ 900 ਘੰਟੇ ਤੋਂ ਉੱਪਰ ਹੋਣਾ ਚਾਹੀਦਾ ਵਾ। ਠੀਕ ਹੈ, ਹਾਂਜੀ ਬਟ ਸਰ ਕਹਿੰਦੇ ਸੀ ਕਿ ਨਾ 1 ਸਾਲ ਦੇ 900 ਘੰਟੇ ਹੋਣੇ ਚਾਹੀਦੇ। 900 ਘੰਟੇ ਦਾ ਪ੍ਰੋਗਰਾਮ ਦੀ ਸਟੱਡੀ ਹੋਣੀ ਚਾਹੀਦੀ, ਮਤਲਬ ਚਾਹੇ ਤੁਹਾਨੂੰ ਕਾਲਜ 900 ਘੰਟਾ ਹਫਤੇ 'ਚ 3 ਦਿਨ ਕਲਾਸਾਂ ਲਾ ਕੇ ਪੂਰਾ ਕਰਾਵੇ ਜਾਂ 4 ਦਿਨ ਕਲਾਸਾਂ ਲਾ ਕੇ ਪੂਰਾ ਕਰਾਵੇ ਭਾਜੀ, ਉਸ ਕਰਕੇ ਤੁਸੀਂ ਉਹਨੂੰ ਥੋੜਾ ਅੱਗੇ ਜਾ ਕੇ ਹੋਰ ਪੜੋ, ਫਾਈਂਡ ਯੂਰ ਡੀਐਲਈ ਤੇ ਜਾਓ, ਦੈਨ ਯੂ ਹੈਵ ਟੂ ਸਟੱਡੀ ਇਟ। ਬਿਲਕੁਲ। ਸੋ ਜਾਣਕਾਰੀ ਜਿਹੜੀ ਆ ਉਹ ਅਧੂਰੀ ਵੀ ਮਾੜੀ ਹੁੰਦੀ ਹੈ। ਸੋ ਨੰਬਰ ਸਕਰੀਨ ਤੇ ਕੋਈ ਵੀ ਸਵਾਲ ਹੈਗਾ ਸੰਪਰਕ ਕਰ ਸਕਦੇ ਹੋ। 90,000 ਲੋਕਾਂ ਨੂੰ ਪੀਆਰ ਦੇਣ ਦੀ ਗੱਲ ਹੋਈ ਸੀ ਤੇ ਜੋ ਹਾਲ ਹੀ ਚ ਲਾਟਰੀ ਖੁੱਲੀ 40,000 ਵਿਦਿਆਰਥੀਆਂ ਨੂੰ ਲੈ ਕੇ, ਸੋ ਕਿਹਨੂੰ ਫਾਇਦਾ ਹੋਇਆ, ਕੀ ਬਣਿਆ ਉਸ ਲਾਟਰੀ ਦਾ, ਤੁਹਾਡੀ ਜ਼ੁਬਾਨੀ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ ਬਹੁਤ ਹਵਾ ਮਚਿਆ ਸੀਗਾ ਵੀ ਪੀਆਰ ਮਿਲਣੀ ਹੈ ਤੇ ਕੀ ਬਣਿਆ ਕਿ ਉਸ ਪੀਆਰ ਦਾ? ਬੜਾ ਹੀ ਦਿਨ, ਉਹ ਬੜਾ ਹੀ ਔਖਾ ਦਿਨ ਸੀਗਾ ਕਿ ਪਹਿਲਾਂ ਤਾਂ ਮਿਨਿਸਟਰ ਨੇ, ਜੋ ਇਮੀਗ੍ਰੇਸ਼ਨ ਮਿਨਿਸਟਰ ਨੇ ਅਨਾਉਂਸਮੈਂਟ ਕੀਤੀ ਆਪਣੇ ਆਲਮੋਸਟ ਰਾਤ ਹੀ ਸੀਗੀ, ਉਸ ਤੋਂ ਬਾਅਦ ਅਸੀਂ ਸਾਰਾ ਹੀ ਰਾਤ ਨਹੀਂ ਸੁੱਤੇ ਕਿ ਉਹਨਾਂ ਨੇ ਸਿਰਫ 24 ਘੰਟੇ ਪਹਿਲਾਂ ਚੈੱਕਲਿਸਟ ਦਿੱਤੀ ਕਿ ਆਹ ਪੇਪਰ ਚਾਹੀਦੇ ਨੇ ਜੀ, ਇੱਥੋਂ ਪੀਸੀਸੀ ਚਾਹੀਦੀ, ਮੈਡੀਕਲ ਚਾਹੀਦਾ। ਉਹ ਤੋਂ ਬਾਅਦ ਉਹਨਾਂ ਨੇ ਕਹਿਤਾ ਜੀ ਅਸੀਂ ਦੁਪਹਿਰੇ 3 ਵਜੇ 12 ਵਜੇ ਟੋਰਾਂਟੋ ਦੇ ਟਾਈਮ ਤੇ ਅਸੀਂ ਪੋਰਟਲ ਖੋਲਾਂਗੇ। ਤੇ ਜਿੱਦਾਂ ਹੀ ਪੋਰਟਲ ਖੁੱਲਿਆ ਕਿ ਬਹੁਤ ਹੀ ਜ਼ਿਆਦਾ ਉੱਥੇ ਫੋਟੋ ਦਾ ਚੱਕਰ ਪੈ ਗਿਆ, ਮੈਨੂੰ ਕਾਲਸ ਆ ਰਹੀਆਂ ਸੀ, ਮੌਲਟਨ ਤੋਂ ਆਈਆਂ, ਵੈਨਕੂਵਰ, ਕੈਮਲੂਪਸ ਤੋਂ ਕਿ ਜੀ ਸ਼ੌਪਰ ਵਰਡ ਦੇ ਅੱਗੇ ਸਾਨੂੰ ਲਾਈਨ ਲੱਗੀ ਹੋਈ ਆ, ਇਹ ਚੀਜ਼ਾਂ ਤੁਹਾਨੂੰ ਪਹਿਲਾਂ ਦੱਸਣੀਆਂ ਚਾਹੀਦੀਆਂ ਸੀ। ਅਸੀਂ ਕਿਹਾ ਕਿ ਹੁਣ ਤੁਹਾਨੂੰ ਚੈੱਕਲਿਸਟ ਮਿਲੀ ਆ ਤੇ ਉਹਦੇ ਵਿੱਚ ਪ੍ਰੋਪਰ ਅਸੀਂ ਸਾਰਿਆਂ ਨੂੰ ਗਾਈਡ ਵੀ ਕੀਤਾ, ਜਾਣੀ ਕਿ ਇੱਕ ਤਰ੍ਹਾਂ ਇੰਨੀ ਤਰਥੱਲੀ ਮੱਚ ਗਈ ਕਿ ਮੋੜ ਕੇ ਪੀਸੀਸੀ, ਕਿਸੇ ਨੇ ਪੀਸੀਸੀ ਨਹੀਂ ਸੀ ਕਰਾਈ ਕਿਉਂਕਿ ਮੇਬੀ ਉਹਨਾਂ ਨੂੰ ਬੱਚਿਆਂ ਨੂੰ ਸੀਗਾ ਕਿ ਏਜੰਟਸ ਨੂੰ ਕਿ ਬਾਅਦ ਚ ਪੀਸੀਸੀ ਹੋਊਗੀ, ਸੋ ਉਹਦੇ ਵਿੱਚ ਪੀਸੀਸੀ ਚਾਹੀਦੀ ਸੀਗੀ ਤੇ ਹਜੇ ਡਿਜੀਟਲ ਫੋਟੋ ਚਾਹੀਦੀ ਸੀ। ਜੋ ਪੀਆਰ ਤੇ ਸਟੂਡੈਂਟ ਵੀਜ਼ੇ ਦੇ ਲਈ ਫੋਟੋ ਸੈਪਰੇਟ ਹੁੰਦੀ ਆ, ਸਟੂਡੈਂਟ ਵੀਜ਼ੇ ਦੇ ਲਈ ਸਿਰਫ 35-45 ਦੀ ਨਾਰਮਲ ਫੋਟੋ ਲੱਗਦੀ, ਬਟ ਪੀਆਰ ਦੇ ਲਈ ਕਹਿੰਦੇ ਨੇ ਕਿ ਸਟੂਡੀਓ ਦੀ ਬੈਕ ਸਟੈਂਪ ਵੀ ਹੋਵੇ ਪਿੱਛੇ। ਉਸ ਚੱਕਰ 'ਚ ਬੱਚਿਆਂ ਨੂੰ ਸਟੂਡੀਓ ਲੱਭਣੇ ਔਖੇ ਹੋ ਗਏ, ਉੱਪਰੋਂ ਕੋਵਿਡ ਚੱਲ ਰਿਹਾ ਸੀਗਾ, ਉਤੋਂ ਪੀਸੀਸੀ ਦਾ ਵੀ ਉਹਨਾਂ ਨੇ ਆਪਸ਼ਨ ਦੇ ਦਿੱਤੀ ਕਿ ਚਲੋ ਪੀਸੀਸੀ ਨਹੀਂ ਹੈਗੀ ਤੁਹਾਡੇ ਕੋਲ ਬਟ ਐਟਲੀਸਟ ਆਪਾਂ ਸਬਮਿਟ ਕਰਦੇ ਹਾਂ ਕਿ ਆਪਾਂ ਸੁਵਿਧਾ ਸੈਂਟਰ 'ਚ ਜਾ ਕੇ ਸਬਮਿਟ ਕਰ ਦਿਆਂਗੇ ਜੀ ਸਾਡੀ ਪੀਸੀਸੀ ਸਾਨੂੰ ਇਸ਼ੂ ਕਰ ਦਿਓ। ਉਹਦੀ ਰਿਕੁਐਸਟ ਲੈਟਰ ਨਾਲ ਵੀ ਜਮਾ ਹੋ ਸਕਦਾ ਸੀ ਬਟ ਹੁਣ ਕੁਝ ਨਹੀਂ ਆਪਾਂ ਕਰ ਸਕਦੇ ਕਿ ਕੱਲ ਮੈਂ ਹੁਣ ਰਸਤੇ 'ਚ ਹੀ ਆਉਂਦੇ ਨੇ ਆਪਣੇ ਦੁਰਾਹਾ ਆਫਿਸ ਤੋਂ ਮੈਂ ਆਇਆ ਵਾਂ ਕਿ ਆਲਮੋਸਟ 39,000 ਐਪਲੀਕੇਸ਼ਨਾਂ ਸੀਗੀਆਂ ਜਿਹੜੀਆਂ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਦੀਆਂ ਉਹ ਫੁੱਲ ਹੋ ਚੁੱਕੀਆਂ ਨੇ। ਹੁਣ ਕੋਈ ਬੱਚਾ ਇਸ ਦੇ ਵਿੱਚ ਨਹੀਂ ਅਪਲਾਈ ਕਰ ਸਕਦਾ, ਇਸ ਪ੍ਰੋਗਰਾਮ ਦੇ ਵਿੱਚ ਅੱਛਾ ਨਹੀਂ ਅਪਲਾਈ ਕਰ ਸਕਦਾ। ਪਲੱਸ ਹਜੇ 2 ਕੈਟਾਗਰੀਜ਼ ਹੋਰ ਸੀਗੀਆਂ ਕਿ ਜਿਹੜੇ ਹੈਲਥ ਕੇਅਰ ਵਰਕਰ ਨੇ ਉੱਥੇ ਕੈਨੇਡਾ ਦੇ ਵਿੱਚ ਤੇ ਇੱਕ ਨਾਨ ਐਸੈਂਸ਼ੀਅਲ ਨੇ ਕੈਨੇਡਾ ਦੇ ਵਿੱਚ, ਉਹ ਵੀ ਇਸ ਵਿੱਚ ਅਪਲਾਈ ਕਰ ਸਕਦੇ ਸੀ। ਉਹਦੇ ਵਿੱਚ ਅਸੀਂ 3 ਵਜੇ ਦੇਖਿਆ ਸੀ ਕਿ ਹਜੇ ਸਿਰਫ 2100-2200 ਕੁਝ ਐਪਲੀਕੇਸ਼ਨਾਂ ਹੀ ਸਬਮਿਟ ਹੋਈਆਂ ਨੇ, ਸੋ ਉਹਨਾਂ ਦੇ ਲਈ ਫਾਇਦਾ ਹੈਗਾ। ਪਲੱਸ ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਵਾਲੇ ਬੱਚੇ ਨੇ ਉਹਨਾਂ ਨੂੰ ਵੀ ਇਹੀ ਸੁਜੈਸ਼ਨ ਹੈ ਕਿ ਤੁਸੀਂ ਚੈੱਕਲਿਸਟ ਦੇ ਲਈ ਸਾਨੂੰ ਫੋਨ ਕਰ ਲਓ ਕਿ ਕੁਝ ਨਹੀਂ ਪਤਾ, ਇਮੀਗ੍ਰੇਸ਼ਨ ਇਜ਼ ਇਨ ਟੋਟਲੀ ਐਕਸ਼ਨ ਰਾਈਟ ਨਾਓ ਵੈਨ ਦੇ ਕੈਨ ਅਨਾਉਂਸ ਦਾ ਰੂਲ ਅਗੇਨ ਅਬਾਊਟ ਇਟ, ਸੋ ਆਪਣੀਆਂ ਡੇਟਸ ਬੁੱਕ ਕਰ ਲਓ। ਭਵਿੱਖ 'ਚ ਕੁਝ ਹੋਰ ਹੋ ਸਕਦਾ ਹੈ, ਇਦਾਂ ਦਾ ਕੋਈ ਹੋਰ ਪ੍ਰੋਗਰਾਮ, ਕੁਝ ਹੋਰ ਲੋਟਰੀ ਸਿਸਟਮ ਹੋ ਸਕਦੇ ਨੇ, ਕੋਈ ਆਸ ਲਾ ਸਕਦੇ ਹਾਂ? ਮਨਦੀਪ, ਲੋਟਰੀਜ਼ ਦਾ ਅਸੀਂ ਇੰਨੇ ਕੁ ਪਲਾਨਸ ਆ ਚੁੱਕੇ ਨੇ ਜੋ ਨਵੇਂ ਪੋਰਟਲ ਲਾਂਚ ਕੀਤੇ, ਉਸ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਵਿਜ਼ਿਟਰਸ ਦੇ ਵਿੱਚ ਵੀ ਦੇ ਦਿੱਤਾ। ਮੈਨੂੰ ਮੇਰੇ 1-2 ਡਾਇਰੈਕਟਰ ਨੇ, ਮੂਵੀਜ਼ ਡਾਇਰੈਕਟਰ ਨੇ ਜਿਹੜੇ Song, ਉਹਨਾਂ ਦੀਆਂ ਵੀ ਆਪਸ਼ਨਸ ਆ ਗਈਆਂ ਨੇ ਕਿ ਕੋਈ ਵੀ ਫੀਲਡ ਦਾ ਬੰਦਾ ਅਗਰ ਸਿੰਗਰ, ਮਿਊਜ਼ਿਕ, ਦੈਨ ਮੇਕਅਪ ਆਰਟਿਸਟ ਇਜ਼ देयर आर लॉट ऑफ ऑप्शंस कि ਉਹ ਵੀ ਤੁਸੀਂ ਕੈਨੇਡਾ ਆ ਸਕਦੇ ਹੋ ਬਟ ਅਜੇ ਉਹ ਅਸੀਂ ਸਟੱਡੀ ਕਰਨੀ ਆ ਬਿਕਾਜ਼ ਅਜੇ ਸਾਨੂੰ 15 ਮਈ ਦਾ ਵੇਲ ਨਹੀਂ ਹੈਗਾ ਜੀ। ਠੀਕ ਹੈ, ਮਤਲਬ ਬਹੁਤ ਸਾਰੇ ਜਿਹੜੇ ਆਪਸ਼ਨਸ ਹੈਗੇ ਨੇ ਉਹ ਕੈਨੇਡਾ ਗਵਰਨਮੈਂਟ ਵੱਲੋਂ ਜਿਹੜੇ ਦਰਸ਼ਕ ਨੇ ਸਾਡੇ ਹਨਾ, ਸਾਡੇ ਸਪੈਸ਼ਲੀ ਦਰਸ਼ਕਾਂ ਨੂੰ ਦਿੱਤੇ ਜਾ ਰਹੇ ਨੇ ਜੀ। ਸਮਾਜ ਕੋਈ ਵੀ ਸਵਾਲ ਹੈ ਸੰਪਰਕ ਕਰ ਸਕਦੇ ਹੋ। ਤੁਹਾਡੇ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਅੰਗਦ ਇਮੀਗ੍ਰੇਸ਼ਨ, ਜਦੋਂ ਅੰਗਦ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਜਿਹੜੀ ਫੈਸਿਲਿਟੀ ਹੈ ਉਹ ਲੋਕਾਂ ਨੂੰ ਦਿੰਦਾ, ਜਿਹੜੇ ਉਹਨਾਂ ਦੇ ਕਲਾਇੰਟ ਹੈਗੇ ਉਹਨਾਂ ਨੂੰ ਦਿੰਦਾ। ऐसा तुसी क्यों करदे हो, ਇਹਦੇ ਪਿੱਛੇ ਕੀ ਰੀਜ਼ਨ ਹੈਗਾ? ਤੇ ਕਿਉਂਕਿ ਕਈ ਵਾਰੀ ਅਸੀਂ ਇਹ ਚੀਜ਼ਾਂ ਸੁਣਦੇ ਆ ਨਾ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਉਸ ਤੋਂ ਬਾਅਦ ਬਹੁਤ ਵੱਡੀ ਜਿਹੜੀ ਅਮਾਉਂਟ ਹੈ ਉਹ ਲਈ ਜਾਂਦੀ ਹੈ, ਕਹਿ ਵੀ ਦਿੰਦੇ ਨੇ ਤੇ ਪਹਿਲਾਂ ਵੀ ਪੈਸੇ ਲੈ ਲੈਂਦੇ ਨੇ। ਸੋ ਤੁਹਾਡਾ ਕੀ ਪ੍ਰੋਸੈਸ ਹੈਗਾ, ਤੁਹਾਡਾ ਕੀ ਸਿਸਟਮ ਹੈਗਾ, ਤੁਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਹੋ? ਅਸੀਂ ਨਾ ਤਾਂ ਬਹੁਤ ਘੱਟ ਹੈਗਾ, ਮੈਂ ਜਵਾਬ ਜ਼ਰੂਰ ਚਾਹੂੰਗੀ ਤੁਹਾਡੇ ਤੋਂ ਜੀ। ਅਸੀਂ ਇਸ ਦੇ ਵਿੱਚ ਨਾ ਤਾਂ ਕਿਸੇ ਦੇ ਓਰੀਜਨਲ ਡਾਕੂਮੈਂਟ ਰੱਖਦੇ ਆ। ਕਾਫੀ ਸ਼ੋਜ਼ ਤੋਂ ਬਾਅਦ, ਇਹਨਾਂ ਸ਼ੋਜ਼ ਤੋਂ ਬਾਅਦ ਕਾਫੀ ਕਲਾਇੰਟਸ ਵੀ ਆਏ ਨੇ
ਦੇ ਨੋ ਅਬਾਊਟ ਇਟ ਕਿ ਉਹਨਾਂ ਦੀ ਐਪਲੀਕੇਸ਼ਨ ਇੱਕ ਦਿਨ ਦੇ ਵਿੱਚ ਪ੍ਰੋਸੈਸ ਹੋ ਗਈ। ਮੈਂ ਇਸ ਦਿਨ ਸ਼ੋਅ ਕਰਕੇ ਗਿਆ, ਉਹਨਾਂ ਨੇ ਜ਼ੂਮ ਮੀਟਿੰਗ ਕੀਤੀ ਮੇਰੇ ਨਾਲ ਤੇ ਲੋਕਲ ਸੀ ਸਾਡੇ ਖੰਨੇ ਤੋਂ। ਉਹਨਾਂ ਦੀ ਵਿਦਿਨ 1 ਆਵਰ ਅਸੀਂ ਉਹਨਾਂ ਦੀ ਆਫਰ ਲੈਟਰ ਦੇਤੀ ਤੇ ਉਹਨਾਂ ਨੂੰ 24 ਆਵਰਸ ਦਾ ਟਾਈਮ ਦਿੱਤਾ ਸੀ ਕਿ ਅਸੀਂ ਵੀ ਫੀਸ ਭਰਨੀ ਆ, ਕਿ ਅਸੀਂ ਤੁਹਾਡੇ ਤੋਂ ਕੁਝ ਨਹੀਂ ਲੈ ਰਹੇ। ਅਸੀਂ ਫੀਸ ਭਰੀ, ਦੈਨ ਸੈਕੰਡ ਡੇ ਉਹਨਾਂ ਦੀ ਅਸੀਂ LOA ਲੈਤੀ, ਦੈਨ ਉਸ ਤੋਂ ਬਾਅਦ ਮੈਡੀਕਲ ਵੀ ਬੁੱਕ ਕਰਤਾ ਤੇ GIC ਅਕਾਊਂਟ ਓਪਨ ਹੋ ਕੇ, GIC 2 ਜਗ੍ਹਾ ਜਾਂਦਾ ਸਾਰਿਆਂ ਨੂੰ ਹੀ ਪਤਾ, ICICI ਬੈਂਕ ਤੇ ਸਕੋਸ਼ੀਆ ਬੈਂਕ, ਉਹ ਵੀ ਪੇ ਆਫ ਬੱਚਿਆਂ ਨੇ ਕਰਤਾ। ਤੇ ਇਸ ਕਰਕੇ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਨੇ ਤਾਂ ਅਸੀਂ ਬੱਚਿਆਂ ਦੇ ਨਾਲ ਇਦਾਂ ਦੀ ਕੋਈ ਠੱਗੀ ਮਾਰਨ ਵਾਲਾ ਕੰਮ ਨਹੀਂ। ਅਸੀਂ ਐਡੇ ਵੱਡੇ ਪਲੇਟਫਾਰਮ ਤੇ ਬੈਠੇ ਆ, ਜਿੱਥੇ ਬੈਠੇ ਆ ਤਾਂ ਇਸੇ ਚੀਜ਼ ਕਰਕੇ ਆ ਕਿ ਵੀ ਆਰ ਜੈਨੂਇਨ ਕੰਸਲਟੈਂਟ ਬਿਕਾਜ਼ ਆਈ ਲਿਵ ਇਨ ਕੈਨੇਡਾ, ਐਵਰੀਬਾਡੀ ਨੋਜ਼ ਅਬਾਊਟ ਇਟ ਕਿ 6 ਮਹੀਨੇ ਮੈਂ ਉੱਥੇ ਹੁੰਨਾ। ਉੱਥੇ ਜਾ ਕੇ ਮੈਂ ਰਿਸਰਚ ਕਰਦਾ ਕਿ ਬੱਚਿਆਂ ਦੇ ਐਟਲੀਸਟ ਨਾਲ ਵੀ ਮੈਂ 15 ਦਿਨ ਰਿਹਾ ਸਟੂਡੈਂਟਸ ਦੇ, ਕਿ ਉਹਨਾਂ ਦੀ ਲਾਈਫ ਕਿੱਦਾਂ ਨਿਕਲਦੀ ਆ ਉੱਥੇ। ਸੋ ਅਸੀਂ ਇੱਥੇ ਏਜੰਟਸ ਬੈਠੇ ਨੇ, ਬੱਚਿਆਂ ਤੋਂ 18 ਲੱਖ ਲੈ ਲਿਆ, 20 ਲੱਖ ਲੈ ਲਿਆ, ਕਿ ਬੱਚੇ ਨੂੰ ਬਸ ਇੱਕ ਵਾਰੀ ਨਾ ਖਿੱਚ ਲਓ ਪੂਰਾ। ਇਹ ਨਹੀਂ ਦੇਖਦੇ ਕਿ ਉਹਨਾਂ ਦੇ ਮਾਪਿਓ ਨੇ ਕਿੱਦਾਂ ਉਹਨਾਂ ਤੇ ਪੈਸੇ ਦਿੱਤੇ ਨੇ, ਜ਼ਮੀਨਾਂ ਰੱਖ ਕੇ ਪੈਸੇ ਦਿੰਦੇ ਨੇ। ਸੋ ਇਸ ਕਰਕੇ ਅਸੀਂ ਥੋੜੇ ਇਮੋਸ਼ਨਲ ਆ, ਆਪਾਂ ਵੀ ਜੱਟਾਂ ਦੇ ਪਰਿਵਾਰਾਂ ਦੇ ਆ ਤੇ ਸਾਨੂੰ ਪਤਾ ਕਿ ਉਹਨਾਂ ਨੇ ਕਿੱਦਾਂ ਪੈਸੇ ਅਰੇਂਜ ਠੀਕ ਹੈ ਮਨਵੀਰ, ਵਿਦਿਆਰਥੀਆਂ ਨੂੰ ਹਫੜਾ ਦਫੜੀ ਇਸ ਵੇਲੇ ਮਚਾਉਣੀ ਚਾਹੀਦੀ ਹੈ ਕਿ ਨਹੀਂ ਅਪਲਾਈ ਕਰਨ ਲਈ, ਐਂਡ ਤੁਹਾਡੇ ਨਾਲ ਕਿੱਦਾਂ ਸੰਪਰਕ ਹੋ ਸਕਦਾ ਕਿਉਂਕਿ ਆਫਿਸ ਬੰਦ ਪਏ ਨੇ ਇਸ ਵੇਲੇ? ਘੱਟ ਸ਼ਬਦਾਂ 'ਚ ਜਵਾਬ ਚਾਹੂੰਗੀ ਜੀ। ਆਫਿਸ ਟੋਟਲੀ ਕਲੋਜ਼ ਨੇ ਜੀ ਉਸ ਦਿਨ ਸ਼ੋਅ ਕਰਨ ਤੋਂ ਬਾਅਦ, ਕਿਉਂਕਿ CCTV ਕੈਮਰਾ ਸਾਡੇ ਔਨ ਹੁੰਦੇ ਨੇ। ਸਾਡੀ IT ਟੀਮ, ਸਾਡੀ ਸਿਕਿਉਰਿਟੀ ਟੀਮ ਆਲਰੇਡੀ ਚੈੱਕ ਕਰਦੀ ਰਹਿੰਦੀ ਆ ਕੈਮਰਾਜ਼ ਨੂੰ। ਉਸ ਦਿਨ ਵੀ ਅਸੀਂ ਸ਼ੋਅਸ ਤੋਂ ਬਾਅਦ ਦੇਖਿਆ ਕਿ ਉੱਥੇ ਫਿਰ 2-3 ਗੱਡੀਆਂ ਘੁੰਮਦੀਆਂ ਪਈਆਂ ਸੀ। ਬਟ ਮੈਂ ਇਹੀ ਹੱਥ ਜੋੜ ਕੇ ਮੇਰੀ ਰਿਕੁਐਸਟ ਆ ਕਿ ਤੁਸੀਂ ਪਲੀਜ਼ ਆਫਿਸ ਵਿਜ਼ਿਟ ਨਾ ਕਰੋ। ਵਟਐਵਰ ਵੇਅਰਐਵਰ ਯੂ ਆਰ, ਯੂਰ ਪ੍ਰੈਫਰੈਂਸ, ਫੇਸਬੁੱਕ ਤੇ ਆ ਸਕਦੇ ਹੋ, ਸਕਾਈਪ ਤੇ ਆ ਸਕਦੇ ਹੋ, WhatsApp, FaceTime ਐਂਡ Zoom ਤੇ ਤੁਸੀਂ ਮੀਟਿੰਗ ਕਰ ਲਓ। ਮੀਟਿੰਗ ਦੇ ਕੋਈ ਚਾਰजेस ਨਹੀਂ ਲੈਂਦੇ, ਦੈਟ ਇਜ਼ ਟੋਟਲੀ ਫ੍ਰੀ ਆਫ ਠੀਕ ਹੈ। ਸੋ ਡਿਜੀਟਲ ਪਲੇਟਫਾਰਮ ਤੇ ਤੁਸੀਂ ਕਿਸੇ ਵੀ ਤਰੀਕੇ ਨਾਲ ਸੰਪਰਕ ਕਰ ਸਕਦੇ ਹੋ। ਮਨਵੀਰ, ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਵਿਦਿਆਰਥੀ ਦਰਸ਼ਕ ਜਿਹੜੇ ਸਾਨੂੰ ਲਾਈਵ ਦੇਖਦੇ ਪਏ ਨੇ, ਮੰਚ ਕੋਈ ਵੀ ਸਵਾਲ ਹੈ ਸੰਪਰਕ ਕਰ ਸਕਦੇ ਹੋ। ਸ਼ੋਅ ਤੋਂ ਬਾਅਦ ਵੀ ਕਾਲ ਕਰ ਲਿਓ, ਤੁਹਾਡਾ ਜੋ ਵੀ ਸਵਾਲ ਹੋਊਗਾ ਉਹਦਾ ਅੰਗਦ ਇਮੀਗ੍ਰੇਸ਼ਨ ਦੀ ਟੀਮ ਵੱਲੋਂ ਤੁਹਾਨੂੰ ਜਿਹੜਾ ਸਹੀ ਬਣਦਾ ਜਵਾਬ ਹੈ ਦਿੱਤਾ ਜਾਊਗਾ। ਰੱਖੋ ਧਿਆਨ, ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਸਤਿ ਸ਼੍ਰੀ ਅਕਾਲ।